2024 ਦੀ ਹੋਈ ਸ਼ੁਰੂਆਤ, ਸੱਜ ਗਈ ਸਿਆਸੀ ਮਿਸਾਲ। ਇੱਕ ਪਾਸੇ ਬੀਜੇਪੀ ਦਾ ਮੋਦੀ ਮੈਜਿਕ, ਦੂਜੇ ਪਾਸੇ 28 ਧਿਰਾਂ ਦਾ ਸਾਥ। ਚੋਣ ਵਰੇ ਦਾ ਵੱਡਾ ਸਵਾਲ, ਇੰਡੀਆ ਕਿਸ ਦੇ ਨਾਲ? ਸਾਲ 2024 ਦੀ ਸ਼ੁਰੂਆਤ ਹੋਈ ਅਤੇ ਜਿਸ ਮੁੱਦੇ ਤੇ ਬੀਜੇਪੀ ਆਪਣੀਆਂ ਪਿਛਲੀਆਂ ਕਿੰਨੀਆਂ ਹੀ ਚੋਣਾਂ ਲੜਦੀ ਰਹੀ, ਉਸ ਨੂੰ ਅਮਲੀ ਜਾਮਾ ਪਹਿਨਾਉਂਦਿਆਂ 22 ਜਨਵਰੀ ਨੂੰ ਅਯੋਧਿਆ ਵਿੱਚ ਰਾਮ ਜਨਮ ਭੂਮੀ ਪਰਿਸਰ ਵਿੱਚ ਬਣੇ ਮੰਦਿਰ ਦੇ ਵਿੱਚ ਰਾਮ ਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਵੀ ਹੋ ਗਈ। ਇਸ ਸਮਾਗਮ ਦੇ ਵਿੱਚ ਦੇਸ਼ ਦੇ ਹਰ ਹਿੱਸੇ ਤੋਂ ਹਰ ਵਰਗ ਨੂੰ ਸੱਦਾ ਦਿੱਤਾ ਗਿਆ ਸੀ। ਧਰਮ ਗੁਰੂ ਸ਼ਾਮਿਲ ਹੋਏ ਤਾਂ ਸੰਤ ਸਮਾਜ ਦੀ ਵੀ ਸ਼ਮੂਲੀਅਤ ਰਹੀ, ਕਲਾਕਾਰ ਵੀ ਸ਼ਾਮਿਲ ਹੋਏ ਤਾਂ ਖਿਡਾਰੀ ਵੀ ਪਿੱਛੇ ਨਹੀਂ ਹਟੇ, ਕਿਉਂ ਜੋ ਇਹ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਸੀ। ਅਤੇ ਸ਼ਾਇਦ ਇਸੇ ਕਰਕੇ ਜਦੋਂ ਸੱਦਾ ਪੱਤਰ ਦਿੱਤੇ ਜਾਣੇ ਸਨ ਤਾਂ ਸਭ ਨੂੰ ਸੱਦਿਆ ਗਿਆ। ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਖਾਸ ਮਹਿਮਾਨਾਂ ਦੀ ਲਿਸਟ ਵਿੱਚ ਹਰ ਵੱਡੇ ਚਿਹਰੇ ਦਾ ਨਾਂ ਸੀ। ਪਰ ਇਹਨਾਂ ਆਗੂਆਂ ਨੇ ਸਮਾਗਮ ਵਿੱਚ ਸ਼ਾਮਿਲ ਹੋਣ ਤਾਂ ਦੂਰ ਦੀ ਗੱਲ ਸੀ, ਇਸ ਨੂੰ ਪੂਰੇ ਤਰੀਕੇ ਭਾਜਪਾ ਤੇ ਆਰਐਸਐਸ ਦਾ ਸਮਾਗਮ ਦੱਸ ਕੇ ਇਸ ਤੋਂ ਪਾਸਾ ਵੱਟ ਲਿਆ ਅਤੇ ਲਿਖਤੀ ਬਿਆਨ ਵੀ ਜਾਰੀ ਕਰ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਵੱਖ-ਵੱਖ ਸੂਬਿਆਂ ਵਿੱਚ ਕਾਂਗਰਸ ਆਗੂ ਦਾ ਦਾਅਵਾ ਕਰ ਚੁੱਕੇ ਸਨ ਕਿ ਸ਼੍ਰੀ ਰਾਮ ਦੇ ਦਰਸ਼ਨਾਂ ਦੇ ਲਈ ਜਾਣਗੇ ਅਤੇ ਲੋਕਾਂ ਦੇ ਲਈ ਬੱਸਾਂ ਦਾ ਵੀ ਪ੍ਰਬੰਧ ਕਰਨਗੇ। ਰਾਮ ਜਿਹੜੇ ਨੇ ਸਾਡੇ ਸਾਰਿਆਂ ਦੇ, ਇਹ ਕਿਸੇ ਇੱਕ ਧਰਮ ਦੇ ਨਹੀਂ। ਰਾਮ ਜੀ ਦਾ ਵਰਣਨ ਹਜ਼ਾਰਾਂ ਵਾਰ ਗੁਰੂ ਗ੍ਰੰਥ ਸਾਹਿਬ ਚ ਰਾਮ ਜੀ ਦੀ ਇੱਜ਼ਤ ਨਿਰੇ ਇੱਕ ਧਰਮ ਦੇ ਲੋਕ ਨਹੀਂ, ਸਾਰੇ ਧਰਮਾਂ ਦੇ ਕਰਦੇ। ਵਿਸ਼ੇਸ਼ ਤੌਰ ਪੰਜਾਬੀਆਂ ਦਾ ਬਹੁਤ ਸਤਿਕਾਰ ਤੇ ਮਾਣ ਹੈ ਉਹਨਾਂ ਦਾ। ਕਾਂਗਰਸ ਪਾਰਟੀ ਨੇ ਬਕਾਇਦਾ ਤੌਰ ਕਲੀਅਰ ਕੀਤਾ ਕਿ ਜਿਹੜਾ ਵੀ ਉੱਥੇ ਜਾਣਾ ਚਾਹੁੰਦਾ ਖੁਸ਼ੀ ਨਾਲ ਜਾਏ। ਅਸੀਂ ਵੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਚੰਦ ਦਿਨਾਂ ਬਾਅਦ ਅਸੀਂ ਵੀ ਹਰ ਹਲਕੇ ਚੋਂ ਸਾਥੀ ਲੈ ਕੇ ਉੱਥੇ ਜਾਵਾਂਗੇ, ਦਰਸ਼ਨ ਵੀ ਕਰਾਂਗੇ, ਮੱਥਾ ਵੀ ਟੇਕਾਂਗੇ। ਪਰ ਹਾਈ ਕਮਾਂਡ ਦੇ ਆਗੂਆਂ ਨੇ ਨਾ ਜਾਣ ਦਾ ਬਿਆਨ ਜਾਰੀ ਕੀਤਾ ਤਾਂ ਉਸੇ ਭਾਸ਼ਾ ਨੂੰ ਸੂਬਾ ਪੱਧਰ ਦੇ ਆਗੂਆਂ ਨੂੰ ਵੀ ਅਪਣਾਉਣਾ ਪਿਆ। ਪੰਜਾਬ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਹੋਣ ਜਾਂ ਵਿਰੋਧੀ ਧਿਰ ਦੇ ਆਗੂ, ਹਰ ਕਿਸੇ ਨੇ ਇਸ ਨੂੰ ਹਾਈ ਕਮਾਂਡ ਦੇ ਵਾਂਗ ਬੀਜੇਪੀ ਅਤੇ ਆਰਐਸਐਸ ਦਾ ਪ੍ਰੋਗਰਾਮ ਦੱਸਣਾ ਸ਼ੁਰੂ ਕਰ ਦਿੱਤਾ। किसी प्रकार से मेरे को नहीं लगता कि राम मंदिर जाने में एतराज है, या राम मंदिर को हम नहीं मानते हैं। राम हमारे कन कन में है। आप जाके देखिए मेरी विधानसभा में, हाँ, राम जी हमारे कन कन में है और हम मोदी जी के इवेंट में नहीं जाएंगे। आप समझो, वो इवेंट की बात हुई है कि जो मोदी जी का इवेंट है, मोदी जी का इन्विटेशन है, उसमें हम नहीं जाएंगे। लेकिन राम मंदिर जिसके दरवाजे राजीव गांधी ने खोले, राम जी हमारे गुरु हैं, हमारे भगवान हैं, हम वहां पर जाएंगे, लेकिन उनके बुलाने से नहीं जाएंगे और उनके कहने से नहीं जाएंगे। और हम मोदी जी के इन्विटेशन और भाजपा के इन्विटेशन में और इसको जो राजनीतिक रंगत दी गई है उसमें नहीं होंगे। वैसे जाएंगे। ਕਾਂਗਰਸ ਹਾਈ ਕਮਾਂਡ ਦੇ ਆਗੂਆਂ ਦਾ ਇਹ ਬਿਆਨ ਉਸ ਸਾਲ ਦੀ ਸ਼ੁਰੂਆਤ ਵਿੱਚ ਆਇਆ ਹੈ ਜਦੋਂ ਲੋਕ ਸਭਾ ਚੋਣਾਂ ਹੋਣੀਆਂ ਨੇ ਅਤੇ ਮੰਦਿਰ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਦੀ ਗ੍ਰੈਵਿਟੀ ਨੂੰ ਜੇਕਰ ਸਮਝਿਆ ਜਾਵੇ ਤਾਂ ਕਰਤੱਵਯ ਪਥ ਤੇ ਲੋਕ ਸਭਾ ਚੋਣਾਂ ਦੇ ਲਿਹਾਜ਼ ਦੇ ਨਾਲ ਸਭ ਤੋਂ ਅਹਿਮ ਮੰਨੇ ਜਾਂਦੇ ਸੂਬੇ ਯੂਪੀ ਦੀ ਝਾਂਕੀ ਦਾ ਆਧਾਰ ਹੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸੀ। ਖੈਰ, ਜਦੋਂ ਤੱਕ ਕਾਂਗਰਸ ਨੂੰ ਇਹ ਸਮਝ ਆਉਂਦਾ ਉਦੋਂ ਤੱਕ ਬਿਆਨ ਆ ਚੁੱਕਿਆ ਸੀ ਤੇ ਫਿਰ ਸ਼ੁਰੂ ਹੋਈ ਕੋਸ਼ਿਸ਼ ਇਸ ਡੈਮੇਜ ਨੂੰ ਕੰਟਰੋਲ ਕਰਨ ਦੀ। ਕੁਝ ਕਾਂਗਰਸੀ ਆਗੂਆਂ ਨੇ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੋਧਿਆ ਜਾ ਕੇ ਸਰਯੂ ਨਦੀ ਦੇ ਵਿੱਚ ਡੁਬਕੀ ਲਾ ਕੇ ਰਾਮ ਲਲਾ ਦੇ ਦਰਸ਼ਨ ਕੀਤੇ ਤਾਂ ਕਈ ਥਾਂ ਤੇ ਸੂਬਾ ਪੱਧਰ ਤੇ ਜਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਬੰਧਿਤ ਪ੍ਰੋਗਰਾਮਾਂ ਵਿੱਚ ਕਾਂਗਰਸੀ ਆਗੂ ਸੇਵਾ ਕਰਦੇ ਨਜ਼ਰ ਆਏ। ਪਰ ਮੁੱਖ ਸਮਾਗਮ ਤੋਂ ਕਾਂਗਰਸ ਦੇ ਆਗੂਆਂ ਦਾ ਪਾਸਾ ਵਟਣਾ ਕਿਤੇ ਨਾ ਕਿਤੇ ਸੁਰਖੀਆਂ ਵਿੱਚ ਆ ਗਿਆ। ਕਾਂਗਰਸ ਰਾਜ ਵਾਲੇ ਸੂਬੇ ਹਿਮਾਚਲ ਵਿੱਚ ਹਾਲਾਂਕਿ ਮੁੱਖ ਮੰਤਰੀ ਸੁਖਬਿੰਦਰ ਸੁੱਖੂ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਅਤੇ ਖੁਦ ਨੂੰ ਇਸ ਸਮਾਗਮ ਦੇ ਨਾਲ ਲਿੰਕ ਵੀ ਕਰ ਲਿਆ। राम किसी एक पार्टी के नहीं, राम आदर्श है हम सब लोगों के, हिंदुस्तान की जनता के। राम संस्कृति है इस देश के लोगों की। और मेरा ये मानना है कि केंद्र सरकार ने तो आधे दिन की छुट्टी की है, हम तो पूरे दिन की छुट्टी की घोषणा कल करते हैं और सभी हिमाचल वासियों से ये अनुरोध भी करेंगे कि कल वो अपने घर में दिया भी जलाए। आराध्य हैं राम, हमारे आराध्य, क्यों नहीं जाएंगे अयोध्या?
अयोध्या जाएंगे, काशी जाएंगे, हम अपने मंदिरों में जाते हैं, वैष्णो देवी जाते हैं, चिंतपूर्णी जाते हैं, ज्वाला माता जाते हैं, क्यों नहीं जाएंगे? ਪਰ ਕਾਂਗਰਸ ਹਾਈ ਕਮਾਨ ਦੇ ਲਈ ਇਸ ਸਮਾਗਮ ਵਿੱਚ ਨਾ ਜਾਣ ਦਾ ਫੈਸਲਾ ਆਉਂਦੇ ਦਿਨਾਂ ਦੇ ਵਿੱਚ ਸਿਆਸੀ ਚੈਲੰਜ ਬਣਨ ਵਾਲਾ ਹੈ, ਇਹ ਤੈਅ ਮੰਨਿਆ ਜਾ ਰਿਹਾ ਹੈ। ਕਾਂਗਰਸ ਦੇ ਲਈ 2024 ਦਾ ਚੋਣ ਵਰ੍ਹਾ 2014 ਅਤੇ 2019 ਦੀ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਹੈ। 2 ਵਾਰ ਦੀਆਂ ਆਮ ਚੋਣਾਂ ਦੇ ਵਿੱਚ ਸੈਂਕੜੇ ਤੋਂ ਕਾਫੀ ਦੂਰ ਰਹਿ ਗਈ ਕਾਂਗਰਸ ਇਸ ਵਾਰ ਹਰ ਹੀਲੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਰੁੱਝੀ ਹੋਈ ਹੈ ਅਤੇ ਇਸੇ ਕੋਸ਼ਿਸ਼ ਦੀ ਕੜੀ ਦਾ ਨਾਂ ਹੈ INDI ਅਲਾਇੰਸ। ਵਿਰੋਧੀ ਧਿਰਾਂ ਦਾ ਇੱਕ ਅਜਿਹਾ ਗੱਠਜੋੜ ਜਿਸ ਦੀ ਸ਼ੁਰੂਆਤ ਜੁਲਾਈ 2023 ਵਿੱਚ ਬੈਂਗਲੁਰੂ ਵਿੱਚ 26 ਧਿਰਾਂ ਦੀ ਮੀਟਿੰਗ ਦੇ ਨਾਲ ਹੋਈ ਸੀ। ਇਸ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਏ ਸਨ। ਪਰ ਗੱਠਜੋੜ ਤੋਂ ਵੱਖ ਹੋ ਕੇ ਆਪਣੇ ਦਮ ਤੇ ਚੋਣ ਲੜਨ ਦੀ ਚਰਚਾ ਵੀ ਸਭ ਤੋਂ ਪਹਿਲਾਂ ਪੰਜਾਬ ਤੋਂ ਹੀ ਆਰੰਭ ਹੋਈ ਅਤੇ ਇਸ ਚਰਚਾ ਨੂੰ ਸ਼ੁਰੂ ਕੀਤਾ ਵਿਰੋਧੀ ਧਿਰ ਕਾਂਗਰਸ ਦੇ ਆਗੂਆਂ ਨੇ। ਦਰਅਸਲ ਪੰਜਾਬ ਵਿਧਾਨ ਸਭਾ ਦੇ ਵਿੱਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਕਾਂਗਰਸ ਦੇ ਕੋਲ ਇੱਕ ਮਜ਼ਬੂਤ ਤਰਕ ਇਹ ਸੀ ਕਿ ਜਿਹੜੀ ਵਜ਼ਾਰਤ ਧਿਰ ਉਸ ਦੇ ਸੂਬਾ ਪੱਧਰੀ ਆਗੂਆਂ ਤੇ ਕਾਰਵਾਈ ਕਰ ਰਹੀ ਹੈ ਅਤੇ ਕਾਂਗਰਸ ਜਿਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਗਰਦਾਨਦੀ ਰਹੀ ਹੈ ਉਸੇ ਧਿਰ ਦੇ ਨਾਲ ਗੱਠਜੋੜ ਕਰਕੇ ਕੀ ਸੁਨੇਹਾ ਉਹ ਪੰਜਾਬ ਦੇ ਲੋਕਾਂ ਨੂੰ ਦੇਵੇਗੀ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਾਫ਼ ਤੌਰ ਤੇ ਬਿਆਨ ਦਿੰਦੇ ਰਹੇ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਦਾ ਸਵਾਲ ਹੀ ਨਹੀਂ। ਹੁਣ ਇਹ ਵੱਡਾ ਹੋਰ ਤੁਹਾਡੇ ਤੇ ਇਸ ਗੱਲ ਦਾ ਇਹਨਾਂ ਨਾਲ ਜਾਲੀਆਂ ਜਿਹਾ ਨਾਲ ਸਾਨੂੰ ਨਾ ਕਿਤੇ ਇਕੱਠਿਆਂ ਕਰਾ ਦੇ, ਇਹ ਰਿਸ਼ਤਾ ਸਾਨੂੰ ਮਨਜ਼ੂਰ ਨਹੀਂ। ਤੇ ਸੈਂਟਰ ਦੀ ਗੱਲ ਲੰਬਾ ਨਹੀਂ ਬਹੁਤਾ ਅੱਜ ਜਾਣਾ ਕਿਉਂਕਿ ਅਜੇ ਆ ਵੇਖ ਲਈਏ 10-15 ਦਿਨ ਬੰਦਾ ਕੀ ਹੈ। ਗੱਲਾਂ ਤੇ ਬਹੁਤ ਸਾਰੀਆਂ ਕਹਿਣ ਵਾਲੀਆਂ ਨਹੀਂ, ਬੈਕ ਨਹੀਂ ਮਾਰਨ ਵਾਲੀ। ਉਧਰ ਆਮ ਆਦਮੀ ਪਾਰਟੀ ਦੇ ਆਗੂ ਸ਼ੁਰੂਆਤੀ ਤੌਰ ਤੇ ਇਸ ਗੱਠਜੋੜ ਨੂੰ ਨਕਾਰ ਨਹੀਂ ਸੀ ਰਹੇ ਅਤੇ ਨਾਲ ਹੀ ਇਹ ਵੀ ਕਹਿੰਦੇ ਰਹੇ ਕਿ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਖਿਲਾਫ ਐਕਸ਼ਨ ਹੋਵੇਗਾ, ਕਾਰਵਾਈ ਹੋਵੇਗੀ ਅਤੇ ਪੰਜਾਬ ਦੇ ਲੋਕਾਂ ਦੇ ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ ਕਿਉਂਕਿ ਜੋ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ। ਐਜ ਅ ਡਿਸਪਲਿਨ ਫੋਰਸ ਆਮ ਆਦਮੀ ਪਾਰਟੀ ਵਾਟਐਵਰ ਪਾਰਟੀ ਨੈਸ਼ਨਲ ਲੀਡਰਸ਼ਿਪ ਜਾਂ ਪਾਰਟੀ ਦਾ ਜਿਹੜਾ ਪਾਰਲੀਮੈਂਟਰੀ ਬੋਰਡ ਹੈ, ਪੋਲੀਟੀਕਲ ਅਫੇਅਰਸ ਕਮੇਟੀ ਹੈ, ਜੋ ਵੀ ਡਿਸਾਈਡ ਕਰੂਗੀ ਉਹ ਪਾਰਟੀ ਦੇ ਸਾਰੇ ਵਲੰਟੀਅਰ ਨੂੰ, ਸਾਰੇ ਕੈਡਰ ਨੂੰ ਮਨਜ਼ੂਰ ਹੋ। ਚਾਹੇ ਅਲਾਈਅੰਸ ਇੱਕ ਹੁਣ ਨੂੰ ਪੰਜਾਬ 'ਚ ਵੀ ਅਲਾਈਅੰਸ ਲੈ ਕੇ ਹੋਵੇ ਉਹ ਵੀ ਮਨਜ਼ੂਰ ਹੋਏਗਾ ਕਿ ਹਾਂ ਕਾਂਗਰਸ ਦੇ ਨਾਲ ਜਾਣਾ ਹੈ। ਵਾਟਐਵਰ ਪਾਰਟੀ ਲੀਡਰਸ਼ਿਪ ਡਿਸਾਈਡ, ਵਾਟਐਵਰ ਇਕੱਲੇ ਲੜਨਾ ਤਾਂ ਵੀ ਤਿਆਰੀ ਹੈ, ਅਲਾਈਅੰਸ 'ਚ ਲੜਨਾ ਤਾਂ ਵੀ ਤਿਆਰੀ ਹੈ, ਪਾਰਟੀ ਦੀ ਲੀਡਰਸ਼ਿਪ ਇਹ ਤੈਅ ਕਰੇਗੀ। ਇਸ ਸਭ ਦੇ ਵਿਚਾਲੇ ਗੱਠਜੋੜ ਦੀਆਂ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਰਿਹਾ ਅਤੇ ਪਟਨਾ, ਬੈਂਗਲੁਰੂ, ਮੁੰਬਈ ਅਤੇ ਦਿੱਲੀ ਵਿੱਚ ਹੋਈਆਂ ਮੀਟਿੰਗਾਂ ਦੇ ਵਿਚਾਲੇ ਆਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ। ਇਸ ਬਿਆਨ ਦੇ ਵਿੱਚ ਸੀ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਦਾ ਅੰਕੜਾ, ਜਿਸ ਦੇ ਵਿੱਚ ਦਾਅਵਾ ਸੀ ਸਾਰੀਆਂ ਸੀਟਾਂ ਤੇ ਜਿੱਤਣ ਦਾ ਅਤੇ 13-0 ਦੇ ਅੰਕੜੇ ਨਾਲ ਪੰਜਾਬ ਦੇ ਦੇਸ਼ ਦਾ ਹੀਰੋ ਬਣਨ ਦੀ ਗੱਲ ਵੀ ਸੀ। ਇਸ ਅੰਕੜੇ ਨੂੰ ਲੈ ਕੇ ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਇਸ 13-0 ਵਿੱਚ ਸਿਰਫ ਆਮ ਆਦਮੀ ਪਾਰਟੀ ਹੈ ਅਤੇ ਹੋਰ ਕੋਈ ਧਿਰ ਇਸ ਦੇ ਵਿੱਚ ਸ਼ਾਮਿਲ ਨਹੀਂ। ਸਾਰਾ ਪੰਜਾਬ ਹੀ ਇਸ ਗੱਲ ਤੇ ਆ, ਕਹਿੰਦੇ ਐਤਕੀ ਝਾੜੂ ਫੇਰਾਂਗੇ। ਮੈਂ ਤੁਹਾਨੂੰ ਦੱਸ ਦਿੰਨਾ 13-0 ਦੇ ਰਿਜ਼ਲਟ ਆਉਣਗੇ ਆ ਮਈ-ਜੂਨ ਦੇ ਵਿੱਚ ਜਦੋਂ ਦੇਸ਼ ਕਾਂਗਰਸ ਦੇ ਆਗੂਆਂ ਨੇ ਇਸ ਬਿਆਨ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਦਿੱਤਾ ਅਤੇ ਕਲੀਅਰ ਕਰ ਦਿੱਤਾ ਕਿ ਕੋਈ ਗੱਠਜੋੜ ਸੂਬੇ ਵਿੱਚ ਨਹੀਂ ਹੋਵੇਗਾ। ਹਾਲਾਂਕਿ ਇਸ ਸਭ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਿੱਚ ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਨਾਲ ਹੋਈ ਮੀਟਿੰਗ ਵਿੱਚ ਕਿਤੇ ਨਾ ਕਿਤੇ ਹਾਈਕਮਾਨ ਨੇ ਰਣਨੀਤੀ ਵੀ ਘੜੀ। ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇਕੱਠੇ ਆਉਣ ਦਾ ਦਾਅਵਾ ਕੀਤਾ ਅਤੇ ਇਸ ਚੋਣ ਨੂੰ ਗੱਠਜੋੜ ਦੀ ਪਹਿਲੀ ਪ੍ਰੀਖਿਆ ਐਲਾਨਿਆ ਗਿਆ। फैसला यही है कि हम लोग जो मेयर की पोस्ट है वो आप पार्टी लड़ेगी, आम आदमी पार्टी, और जो दूसरे नीचे 2 हैं सीनियर डिप्टी मेयर और डिप्टी मेयर वो दोनों कांग्रेस को लड़ेंगे। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 13-0 ਦੇ ਨਾਰੇ ਨਾਲ ਕਾਂਗਰਸ ਦੇ ਉਹ MP ਜੋ ਪਹਿਲਾਂ ਗੱਠਜੋੜ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਸਨ ਉਹ ਵੀ ਸਿੱਧੇ ਤੌਰ ਤੇ ਨਾਲ ਤੁਰਨ ਤੋਂ ਇਨਕਾਰ ਕਰ ਗਏ। ਸਾਡੀ ਕੀ ਜਾਨ ਨਿਕਲਦੀ ਆ ਉਹਨਾਂ ਬਗੈਰ? ਅਸੀਂ ਕਦ ਕਿਹਾ ਹੈ ਵੀ ਅਸੀਂ ਗੱਠਜੋੜ ਕਰਨਾ ਹੈ? ਉਹ ਇੰਡੀਆ ਅਲਾਇੰਸ ਆ ਜਿਹੜਾ ਉਹ ਪਾਰਲੀਮੈਂਟ 'ਚ ਅਸੀਂ ਉਹ ਉੱਥੇ ਕਰਦੇ ਆ ਔਰ ਇੱਕ ਸਰਕਾਰ ਦੇ ਉਲਟ ਆਪੋਜੀਸ਼ਨ ਇੱਕ ਬਣੀ ਹੋਈ ਆ। ਇਲੈਕਸ਼ਨ ਲੜਨ ਨੂੰ ਤਾਂ ਕਦੇ ਵੀ ਨਹੀਂ ਕਿਹਾ। ਕੁੱਲ ਮਿਲਾ ਕੇ ਪੰਜਾਬ ਤੋਂ INDI ਅਲਾਇੰਸ ਨੂੰ ਸਿੱਧਾ ਝਟਕਾ ਵੱਜਾ ਜਿਸ ਨੇ ਇੱਕ ਅਜਿਹੀ ਚੰਗਿਆੜੀ ਨੂੰ ਛੇੜਿਆ ਜੋ ਬਾਕੀ ਸੂਬਿਆਂ ਦੀ ਚੋਣ ਸਿਆਸਤ ਦੇ ਵਿੱਚ ਭਾਂਬੜ ਮਚਾਉਂਦੀ ਨਜ਼ਰ ਆਈ।
ਇਸ ਭਾਂਬੜ ਦਾ ਸਭ ਤੋਂ ਤਾਜ਼ਾ ਸੇਕਾ ਬਿਹਾਰ ਵਿੱਚ ਲੱਗਿਆ, ਜਿੱਥੇ ਇਸ ਗੱਠਜੋੜ ਦੀ ਨੀਂਹ ਪਈ ਸੀ। INDI ਗੱਠਜੋੜ ਨੂੰ ਸ਼ੁਰੂ ਕਰਨ ਪਿੱਛੇ ਜਿਸ ਸਿਆਸੀ ਆਗੂ ਦੀ ਸਭ ਤੋਂ ਵੱਧ ਸਰਗਰਮ ਭੂਮਿਕਾ ਸੀ, ਚੋਣ ਵਰੇ 2024 ਦੀ ਸ਼ੁਰੂਆਤ ਵਿੱਚ ਉਹ ਆਪਣੇ ਸੂਬੇ ਵਿੱਚ ਗੱਠਜੋੜ ਦੇ ਭਾਈਵਾਲਾਂ ਤੋਂ ਪਾਸਾ ਵੱਟਦੇ ਨਜ਼ਰ ਆਏ। 2 ਸਾਲ ਪਹਿਲਾਂ ਹੀ ਨਿਤੀਸ਼ ਨੇ NDA ਤੋਂ ਨਾਤਾ ਤੋੜਿਆ ਸੀ ਅਤੇ ਲਾਲੂ ਯਾਦਵ ਦੀ ਪਾਰਟੀ RJD ਨਾਲ ਰਲ ਕੇ ਸਰਕਾਰ ਬਣਾਈ ਸੀ। ਪਰ ਨਿਤੀਸ਼ ਦੇ RJD ਨਾਲ ਗੱਠਜੋੜ ਅਤੇ ਇਸ ਤੋਂ ਪਹਿਲਾਂ BJP ਨਾਲ ਰਹੇ ਰਿਸ਼ਤੇ ਦੇ ਟੁੱਟਣ ਨੂੰ ਸਮਝੀਏ ਤਾਂ ਸਾਲ 2022 ਵਿੱਚ ਜਦੋਂ ਨਿਤੀਸ਼ ਕੁਮਾਰ NDA ਗੱਠਜੋੜ ਤੋਂ ਵੱਖ ਹੋਏ ਤਾਂ ਉਹਨਾਂ ਕਿਹਾ ਸੀ ਕਿ BJP ਉਹਨਾਂ ਦੀ ਪਾਰਟੀ ਵਿੱਚ ਫੁੱਟ ਪਾ ਰਹੀ ਹੈ ਅਤੇ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ। ਬਿਹਾਰ ਦੀ ਸਿਆਸਤ, ਖਾਸ ਕਰਕੇ ਨਿਤੀਸ਼ ਨੂੰ ਨੇੜਿਓਂ ਜਾਣਨ ਵਾਲੇ ਦੱਸਦੇ ਨੇ ਕਿ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ JDU ਦੀਆਂ ਸੀਟਾਂ 71 ਤੋਂ ਘਟ ਕੇ 43 ਰਹਿ ਗਈਆਂ, ਉਦੋਂ ਨਿਤੀਸ਼ ਨੂੰ ਲੱਗਿਆ ਕਿ ਉਹ BJP ਦੇ ਪਿਛਲੱਗੂ ਬਣਦੇ ਜਾ ਰਹੇ ਨੇ। ਦੂਜੇ ਪਾਸੇ ਇਸੇ ਚੋਣ ਦੇ ਵਿੱਚ BJP ਦੀਆਂ ਸੀਟਾਂ 53 ਤੋਂ ਵੱਧ ਕੇ 74 ਹੋ ਗਈ ਸੀ ਅਤੇ ਉਹ RJD ਤੋਂ ਸਿਰਫ ਇੱਕ ਸੀਟ ਪਿੱਛੇ ਸੀ। 2020 ਦੀਆਂ ਚੋਣਾਂ ਤੋਂ ਬਾਅਦ ਨਿਤੀਸ਼ ਕੁਮਾਰ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ BJP ਨੇ ਜਾਣਬੁੱਝ ਕੇ ਉਹਨਾਂ ਸੀਟਾਂ ਤੇ ਚਿਰਾਗ ਪਾਸਵਾਨ ਦੀ ਅਗਵਾਈ ਵਾਲੀ LJP ਦੇ ਕੈਂਡੀਡੇਟ ਖੜੇ ਕੀਤੇ ਜਿੱਥੇ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਚੰਗੀ ਸਥਿਤੀ ਵਿੱਚ ਸਨ। JDU ਦੇ ਕਈ ਆਗੂਆਂ ਨੇ ਕਿਹਾ ਕਿ ਉਸ ਚੋਣ ਦੇ ਵਿੱਚ BJP ਨੇ ਚਿਰਾਗ ਪਾਸਵਾਨ ਨੂੰ ਪ੍ਰੋਕਸੀ ਵਜੋਂ ਯੂਜ਼ ਕੀਤਾ ਅਤੇ ਉਹਨਾਂ ਦੇ ਵੋਟ ਕੱਟੇ। ਦੱਸ ਦਈਏ ਕਿ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ LJP ਨੂੰ ਸਿਰਫ ਇੱਕੋ ਸੀਟ ਮਿਲੀ ਸੀ, ਪਰ ਨਿਤੀਸ਼ ਦੀ ਪਾਰਟੀ ਨੂੰ ਉਸਨੇ ਕਾਫੀ ਨੁਕਸਾਨ ਪਹੁੰਚਾਇਆ ਸੀ। ਕਿਹਾ ਇਹ ਵੀ ਗਿਆ ਕਿ ਨਿਤੀਸ਼ ਕੁਮਾਰ BJP ਕੋਟੇ ਤੋਂ ਡਿਪਟੀ CM ਬਣੇ ਤਾਰਕੇਸ਼ਵਰ ਪ੍ਰਸਾਦ ਅਤੇ ਰੇਣੂ ਦੇਵੀ ਦੇ ਨਾਲ ਉਹੋ ਜਿਹਾ ਕੋਆਰਡੀਨੇਟ ਨਹੀਂ ਸੀ ਕਰ ਪਾ ਰਹੇ ਜਿਹੋ ਜਿਹਾ ਸੁਸ਼ੀਲ ਮੋਦੀ ਦੇ ਨਾਲ ਉਹਨਾਂ ਦਾ ਕੋਆਰਡੀਨੇਸ਼ਨ ਸੀ। ਹਾਲ ਫਿਲਹਾਲ ਦੇ ਵਿੱਚ INDI ਅਲਾਇੰਸ ਨੂੰ ਤਿਆਰ ਕਰਨ ਦੀ ਰਣਨੀਤੀ ਨਿਤੀਸ਼ ਕੁਮਾਰ ਦੀ ਲਿਖੀ ਸਕ੍ਰਿਪਟ ਦੇ ਆਧਾਰ ਤੇ ਹੀ ਘੜੀ ਗਈ ਸੀ। ਨਿਤੀਸ਼ ਨੇ ਪਟਨਾ ਦੇ ਵਿੱਚ 16 ਵਿਰੋਧੀ ਧਿਰਾਂ ਦੇ ਨਾਲ ਮੀਟਿੰਗ ਕਰਕੇ ਚੋਣਾਂ ਤੋਂ ਪਹਿਲਾਂ ਅਲਾਇੰਸ ਤਿਆਰ ਕਰਨ ਦੀ ਕਾਲ ਦਿੱਤੀ ਸੀ। ਅਲਾਇੰਸ ਤਿਆਰ ਵੀ ਹੋਇਆ। ਉਧਰ ਬਿਹਾਰ ਵਿੱਚ ਨਿਤੀਸ਼ ਦੀ ਅਗਵਾਈ ਵਿੱਚ ਸਰਕਾਰ ਚਲਾ ਰਹੇ RJD ਦੇ ਸੁਪਰੀਮੋ ਲਾਲੂ ਯਾਦਵ ਨੇ ਇਸ ਅਲਾਇੰਸ ਦੇ ਵਿੱਚ ਇੱਕ ਹੋਰ ਅਵਸਰ ਲੱਭਿਆ। ਇਹ ਅਵਸਰ ਸੀ ਤੇਜਸਵੀ ਯਾਦਵ ਨੂੰ ਸੂਬੇ ਦੀ ਕਮਾਨ ਦਿਵਾਉਣ ਦਾ। ਅਲਾਇੰਸ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਨਾਲ ਹੀ ਬਿਹਾਰ ਦੇ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਵੀ ਚਲਾ ਦਿੱਤੀ ਗਈ ਕਿ ਹੁਣ ਤੇਜਸਵੀ ਨੂੰ ਕਮਾਨ ਸੌਂਪੀ ਜਾਵੇਗੀ ਅਤੇ ਨਿਤੀਸ਼ ਕੇਂਦਰ ਵਿੱਚ ਜਾਣਗੇ। ਪਰ ਜਦੋਂ ਅਲਾਇੰਸ ਦਾ ਚਿਹਰਾ ਬਣਾਉਣ ਦੀ ਜਾਂ ਅਲਾਇੰਸ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦੇਣ ਦੀ ਵਾਰੀ ਆਈ ਤਾਂ ਨਿਤੀਸ਼ ਦੇ ਨਾਂ ਦਾ ਜ਼ਿਕਰ ਹੀ ਨਹੀਂ ਹੋਇਆ। ਸਗੋਂ ਮੱਲਿਕਾਰਜੁਨ ਖੜਗੇ ਤੇ ਅਲਾਇੰਸ ਦੇ ਭਾਈਵਾਲਾਂ ਨੇ ਭਰੋਸਾ ਜਤਾਇਆ ਦਿੱਤਾ। ਹੁਣ ਨਿਤੀਸ਼ ਦੇ ਲਈ ਗੱਠਜੋੜ ਵਿੱਚ ਬਣੇ ਰਹਿਣ ਦੀ ਸਥਿਤੀ ਕੋਈ ਜ਼ਿਆਦਾ ਬਿਹਤਰ ਨਹੀਂ ਸੀ ਬਚੀ। ਦੂਜੇ ਪਾਸੇ ਸਿਰਫ ਇੱਕ ਵਿਧਾਇਕ ਦੀ ਕਮੀ ਕਰਕੇ ਬਿਹਾਰ ਵਿਧਾਨ ਸਭਾ ਦੇ ਵਿੱਚ ਸਭ ਤੋਂ ਵੱਡੀ ਸਿਆਸੀ ਧਿਰ ਬਣਨ ਦੇ ਟੀਚੇ ਤੋਂ ਦੂਰ ਰਹੀ ਭਾਜਪਾ ਦੇ ਲਈ 40 ਲੋਕ ਸਭਾ ਸੀਟਾਂ ਵਾਲਾ ਬਿਹਾਰ ਆਪਣੇ ਆਪ ਵਿੱਚ ਬੇहद ਖਾਸ ਸੂਬਾ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ NDA ਗੱਠਜੋੜ ਵਿੱਚ ਰਹਿੰਦਿਆਂ ਨਿਤੀਸ਼ ਦੀ ਅਗਵਾਈ ਵਿੱਚ JDU ਨੇ ਇੱਥੇ 17 ਚੋਂ 16 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ। ਪਾਰਟੀ ਨੇ 2024 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਇੰਟਰਨਲ ਸਰਵੇ ਕਰਾਇਆ ਜਿਸ ਦੇ ਨਤੀਜੇ ਚੰਗੇ ਨਹੀਂ ਸਨ। ਨਿਤੀਸ਼ ਨੂੰ ਲੱਗਿਆ ਕਿ ਜੇਕਰ ਉਹਨਾਂ ਦੀ ਪਾਰਟੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ NDA ਦੇ ਬੈਨਰ ਹੇਠ ਚੋਣ ਲੜਦੀ ਹੈ ਤਾਂ ਨਤੀਜੇ ਚੰਗੇ ਹੋ ਸਕਦੇ ਨੇ। ਸੋ ਕੁੱਲ ਮਿਲਾ ਕੇ ਬਿਹਾਰ ਦੇ ਵਿੱਚ ਅਜਿਹਾ ਸਿਆਸੀ ਮਾਹੌਲ ਬਣ ਗਿਆ ਕਿ INDI ਅਲਾਇੰਸ ਨੂੰ ਇੱਕ ਹੋਰ ਵੱਡਾ ਝਟਕਾ ਬਿਹਾਰ ਤੋਂ ਲੱਗਿਆ। ਬਿਹਾਰ ਵਿੱਚ ਟੁੱਟਦੇ ਨਜ਼ਰ ਆ ਰਹੇ INDI ਅਲਾਇੰਸ ਨੇ ਜਿੱਥੇ ਖੇਤਰੀ ਧਿਰਾਂ ਦੇ ਆਪੋ ਆਪਣੇ ਸੀਮਿਤ ਸਵਾਰਥਾਂ ਦੀ ਤਸਵੀਰ ਨੂੰ ਪੇਸ਼ ਕੀਤਾ ਤਾਂ ਉੱਥੇ ਹੀ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਇਕੱਲੇ ਚੋਣ ਲੜਨ ਦੇ ਐਲਾਨ ਨੇ ਕੋਲਕਾਤਾ ਤੋਂ ਦਿੱਲੀ ਤੱਕ ਹਰ ਪਾਸੇ ਤਰਥੱਲੀ ਮਚਾ ਦਿੱਤੀ। ਪੱਛਮ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਏਕਲਾ ਚਲੋ ਦਾ ਨਾਰਾ ਦੇ ਦਿੱਤਾ। ਮਮਤਾ ਨੇ ਐਲਾਨ ਕੀਤਾ ਕਿ TMC ਲੋਕ ਸਭਾ ਚੋਣਾਂ ਵਿੱਚ ਇਕੱਲੇ ਹੀ ਚੋਣ ਮੈਦਾਨ ਵਿੱਚ ਨਿਕਲੇਗੀ। ਮਮਤਾ ਦੇ ਇਸ ਐਲਾਨ ਦੇ ਨਾਲ ਹੀ ਵਿਰੋਧੀ ਧਿਰ ਦੇ INDI ਅਲਾਇੰਸ ਦੀ ਤਸਵੀਰ ਅਤੇ ਭਵਿੱਖ ਤੇ ਸੰਕਟ ਦੇ ਬੱਦਲ ਹੋਰ ਗੂੜੇ ਹੋ ਗਏ। ਮਮਤਾ ਬੈਨਰਜੀ ਨੇ ਜਦੋਂ ਐਲਾਨ ਕੀਤਾ ਤਾਂ ਆਪਣੀ ਅਣਦੇਖੀ ਦਾ ਦਰਦ ਅਤੇ ਤਲਖੀ ਵੀ ਝਲਕੀ। ਉਹਨਾਂ ਕਿਹਾ ਕਿ ਮੈਂ ਜੋ ਵੀ ਸੁਝਾਅ ਦਿੱਤੇ ਉਹ ਸਾਰੇ ਨਕਾਰ ਦਿੱਤੇ ਗਏ ਅਤੇ ਇਸ ਤੋਂ ਬਾਅਦ ਅਸੀਂ ਬੰਗਾਲ ਵਿੱਚ ਇਕੱਲੇ ਜਾਣ ਦਾ ਫੈਸਲਾ ਕੀਤਾ ਹੈ। কোনো কথা হয়নি এবং আমি প্রস্তাব দিয়েছিলাম, ওরা প্রথম দিনই প্রত্যাখ্যান করেছে। তখন থেকে আমাদের দল সিদ্ধান্ত নিয়েছে আমরা বাংলায় একা চলব। ইভেন ওরা যে আজ থেকে র্যালি করেছে আমাদের একবার অ্যাজ এ ম্যাটার অফ কান্ট্রি আমি ইন্ডিয়ার অ্যালায়েন্স আমাকে একবার জানিয়েছে দিদি আপনার রাজ্যে যাচ্ছি না, জানায়নি। সুতরাং আমার সাথে কোনো সম্পর্ক নেই বাংলার ব্যাপারে। অল ইন্ডিয়ায় কী করবো না করবো আপনার ইলেকশন ভাববো, আমরা সেকুলার পার্টি, আমরা বিজেপিকে হারানোর জন্য যা করা হবে। কিন্তু এখন কোনো চর্চা নেই, মিথ্যে কথা, অ্যাবসলিউটলি রং। মিথ্যেটা আমি বলবো না, বলতে অ্যাবসলিউটলি রং। কোনো কাগজ এটাকে নিয়ে পলিটিক্স করছে, এটা রং।
ਮਮਤਾ ਬੈਨਰਜੀ ਨੇ ਦੋ ਹਰਫੀ ਕਿਹਾ ਕਿ ਅਸੀਂ ਪਹਿਲਾਂ ਹੀ ਕਹਿ ਰੱਖਿਆ ਹੈ ਕਿ ਕਾਂਗਰਸ 300 ਸੀਟਾਂ ਦੇ ਚੋਣਾਂ ਲੜੇ ਅਤੇ ਖੇਤਰੀ ਧਿਰਾਂ ਨੂੰ ਆਪਣੇ ਖੇਤਰ ਵਿੱਚ ਬੀਜੇਪੀ ਨਾਲ ਮੁਕਾਬਲਾ ਕਰਨ ਦੇਵੇ। ਉਹਨਾਂ ਇਹ ਵੀ ਕਿਹਾ ਕਿ ਖੇਤਰੀ ਧਿਰਾਂ ਇਕੱਠੀਆਂ ਰਹਿਣਗੀਆਂ, ਪਰ ਨਾਲ ਹੀ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਉਹ ਦਖਲ ਦੇਣਗੇ ਤਾਂ ਸਾਨੂੰ ਮੁੜ ਵਿਚਾਰ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਟੀਐਮਸੀ ਨੇ ਸਪਸ਼ਟ ਕੀਤਾ ਸੀ ਕਿ ਉਹ ਕਾਂਗਰਸ ਨੂੰ 2 ਸੀਟਾਂ ਦੇਵੇਗੀ। ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੱਛਮ ਬੰਗਾਲ ਦੀ 42 ਚੋਂ 2 ਸੀਟਾਂ ਤੇ ਹੀ ਜਿੱਤੀ ਸੀ। ਪੱਛਮ ਬੰਗਾਲ ਕਾਂਗਰਸ ਦੇ ਮੁਖੀ ਅਧੀਰ ਰੰਜਨ ਚੌਧਰੀ ਨੇ ਇਸ ਨੂੰ ਲੈ ਕੇ ਤਿੱਖਾ ਬਿਆਨ ਦਿੱਤਾ। ਅਧੀਰ ਨੇ ਕਿਹਾ ਕਿ ਅਸੀਂ 2 ਸੀਟਾਂ ਤਾਂ ਪਹਿਲਾਂ ਵੀ ਜਿੱਤ ਲਈਆਂ ਸਨ, ਹੁਣ ਵੀ ਜਿੱਤ ਸਕਦੇ ਹਾਂ, ਸਾਨੂੰ ਟੀਐਮਸੀ ਤੋਂ ਕੋਈ ਭੀਖ नहीं चाहिए। कौन भीख मांगने गया पता नहीं, हम लोग तो भीख मांगने नहीं गए। ये ममता बनर्जी खुद कह रहे हैं कि हम गठबंधन करके चुनाव लड़ेंगे। ये दोनों सीट हमारे पास है, उनकी दया की कोई जरूरत नहीं है हमें। आप अपने दम पर लड़ सकते, चल सकते, कुछ भी कर सकते। ये वो नहीं चाहते कि गठबंधन हो, इसमें वार्ता सीधा है कि वो नहीं चाहते गठबंधन हो। अगर गठबंधन नहीं होते हैं तो सबसे ज्यादा खुशी कौन होगी आज हिंदुस्तान में? अगर गठबंधन ना हो सबसे ज्यादा खुशी होगी हमारे मोदी साहब में। तो ममता जी आज जो कर रहे हैं वो मोदी जी की सेवा में लगे हुए हैं। ਹਾਲਾਂਕਿ ਮਮਤਾ ਦੇ ਬਿਆਨ ਤੋਂ ਬਾਅਦ ਕਾਂਗਰਸ ਨੇ ਦਿੱਲੀ ਤੋਂ ਲੈ ਕੇ ਕੋਲਕਾਤਾ ਤੱਕ ਡੈਮੇਜ ਕੰਟਰੋਲ ਦੀ ਕੋਸ਼ਿਸ਼ ਕੀਤੀ। ਭਾਰਤ ਜੋੜੋ ਨਿਆਂ ਯਾਤਰਾ ਤੇ ਨਿਕਲੇ ਰਾਹੁਲ ਗਾਂਧੀ ਨੇ ਜਿੱਥੇ ਪੱਛਮ ਬੰਗਾਲ ਵਿੱਚ ਐਂਟਰ ਕਰਨ ਤੋਂ ਬਾਅਦ ਮਮਤਾ ਨੂੰ ਨਾਲ ਲੈ ਕੇ ਤੁਰਨ ਦੀ ਗੱਲ ਕਹੀ, ਤਾਂ ਦਿੱਲੀ ਵਿੱਚ ਜੈਰਾਮ ਰਮੇਸ਼ ਨੇ ਕਿਹਾ ਕਿ ਟੀਐਮਸੀ ਤੋਂ ਬਿਨਾਂ ਤਾਂ ਗੱਠਜੋੜ ਦੀ ਕਲਪਨਾ ਵੀ नहीं। न्याय यात्रा में हमने न्याय शब्द जोड़ा है क्योंकि देश में अन्याय हो रहा है। बीजेपी आरएसएस नफरत फैला रही है, हिंसा फैला रही है और अन्याय फैला रही है। इसीलिए इंडिया फॉर्मेशन एक साथ अन्याय के खिलाफ लड़ने जा रहा है। ममता जी इंडिया गठबंधन टीएमसी और ममता जी विशेष रूप से, क्योंकि वो एक बड़े नेता हैं, टीएमसी के नेता हैं, भारत के नेता, बंगाल के नेता हैं, देश के नेता हैं। इंडिया गठबंधन का एक बहुत महत्वपूर्ण स्तंभ तृणमूल कांग्रेस। हम ममता जी के बिना इंडिया गठबंधन की कल्पना नहीं कर सकते। ਪੱਛਮ ਬੰਗਾਲ ਵਿੱਚ ਗੱਠਜੋੜ ਵਿੱਚ ਪਈ ਇਸ ਦਰਾਰ ਦਾ ਸਿੱਧਾ ਅਸਰ ਸਮਝਿਆ ਜਾ ਸਕਦਾ ਹੈ ਕਿ 42 ਸੀਟਾਂ ਤੇ ਜਾਂ ਤਾਂ ਟੀਐਮਸੀ ਨੂੰ ਇਕੱਲੇ ਜਾਣ ਦਿੱਤਾ ਜਾਵੇ। ਕਾਂਗਰਸ ਸ਼ਾਇਦ ਇਸ ਤੇ ਲਈ ਮੰਨ ਵੀ ਜਾਵੇ, ਪਰ ਉਸਦੇ ਖੇਤਰੀ ਆਗੂ ਅਤੇ ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਅਧੀਰ ਰੰਜਨ ਚੌਧਰੀ ਕੇਸ ਨੂੰ ਸਵੀਕਾਰ ਕਰ ਲੈਣਗੇ ਅਤੇ ਕਾਂਗਰਸ ਜੇਕਰ ਮੰਨ ਵੀ ਜਾਂਦੀ ਹੈ ਤਾਂ ਕਿ ਖੱਬੇ ਪੱਖੀ ਧਿਰਾਂ ਕਾਂਗਰਸ ਦੇ ਇਸ ਫੈਸਲੇ ਵਿੱਚ ਉਸ ਦਾ ਸਾਥ ਦੇਣਗੀਆਂ, ਕਿਉਂਕਿ ਇੱਕ ਲੰਮੇ ਵਕਤ ਤੱਕ ਪੱਛਮ ਬੰਗਾਲ ਦੇ ਵਿੱਚ ਰਾਜ ਕਰਨ ਵਾਲੇ ਖੱਬੇ ਪੱਖੀਆਂ ਦਾ ਸਿੱਧਾ ਮੁਕਾਬਲਾ ਮਮਤਾ ਬੈਨਰਜੀ ਨਾਲ ਹੁੰਦਾ ਰਿਹਾ ਹੈ। ਕੀ ਹੁਣ ਉਹ ਮਮਤਾ ਨੂੰ ਸਹਿਯੋਗ ਦੀ ਗੱਲ ਕਰਨਗੇ? ਇਹ ਸਵਾਲ ਵੀ ਕਾਇਮ ਹੈ। ਇੱਕ ਪਾਸੇ ਵਿਰੋਧੀ ਖੇਮੇ ਵਿੱਚ ਤਰਥੱਲੀ ਮੱਛੀ ਹੈ ਤਾਂ ਉੱਥੇ ਹੀ ਬੀਜੇਪੀ ਨੇ ਲੋਕ ਸਭਾ ਚੋਣਾਂ 2024 ਦਾ ਕੈਂਪੇਨ ਲਾਂਚ ਕਰ ਦਿੱਤਾ ਹੈ। ਅਯੋਧਿਆ ਵਿੱਚ ਰਾਮ ਲਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ 3 ਦਿਨਾਂ ਬਾਅਦ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੈਂਪੇਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਬੀਜੇਪੀ ਦਾ ਖਾਸ ਚੋਣ ਥੀਮ Song ਵੀ ਜਾਰੀ ਕੀਤਾ ਗਿਆ। ਸੁਪਨੇ ਨਹੀਂ ਹਕੀਕਤ ਨੂੰ ਬੁਣਦੇ ਆ ਤਾਂ ਹੀ ਤਾਂ ਸਭ ਮੋਦੀ ਨੂੰ ਚੁਣਦੇ ਨੇ। ਪਾਰਟੀ ਦਾ ਕਹਿਣਾ ਹੈ ਕਿ ਇਹ ਸਲੋਗਨ ਅਸਲ ਵਿੱਚ ਜਨਤਾ ਦੇ ਵਿਚਕਾਰ ਤੋਂ ਹੀ ਆਇਆ ਹੈ। ਬੀਜੇਪੀ ਨੇ ਕਿਹਾ ਕਿ ਜਨਤਾ ਦੀ ਭਾਵਨਾ ਨੂੰ ਸਮਝਦਿਆਂ ਇਸ ਸਲੋਗਨ ਨੂੰ ਪਾਰਟੀ ਨੇ ਅਪਣਾਇਆ। ਪਾਰਟੀ ਨੇ ਕਿਹਾ ਕਿ ਨਵਾਂ ਸਲੋਗਨ ਪਾਰਟੀ ਦੀ ਮੋਦੀ ਦੀ ਗਾਰੰਟੀ ਅਭਿयान ਦਾ ਪ੍ਰਤੀਕ ਹੈ। तो हमें विकसित भारत, सामर्थ्यवान भारत, सक्षम भारत, आत्मनिर्भर भारत आपके नेतृत्व में होगा तो इन युवाओं के कंधों पर और इनके माध्यम से होगा, इस बात का हमको पूरा विश्वास है। और इसी विश्वास को लेकर हम सब लोग आगे चले हैं और इसी को ध्यान में रखते हुए आज एक बहुत सुंदर प्रस्तुतिकरण भी आपके वक्तव्य के पहले, जो देश में युवा सोचता है, जो उसकी आकांक्षाएं हैं, उसको हम सब लोगों को यहां एक छोटे से प्रस्तुति में देखने का मौका भी मिलेगा। और उसको भी शब्दों में जब हम परोते हैं तो हम कहते हैं कि सपने नहीं हकीकत बनते हैं, तभी तो सब मोदी को चुनते हैं, मोदी को चुनते हैं। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਜਨਤਾ ਤੋਂ 2024 ਦੇ ਚੋਣਾਂ ਦੇ ਲਈ ਬੀਜੇਪੀ ਦੇ ਚੋਣ ਐਲਾਨਨਾਮੇ ਲਈ ਸੁਝਾਅ ਵੀ ਮੰਗੇ।
ਜ਼ਮੀਨੀ ਪੱਧਰ ਤੇ ਪਾਰਟੀ ਦੀ ਤਿਆਰੀਆਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਚੋਣ ਪ੍ਰਭਾਰੀਆਂ ਦੀ ਨਿਯੁਕਤੀਆਂ ਦੇ ਨਾਲ ਹੀ ਕੇਂਦਰ ਦੀਆਂ ਨੀਤੀਆਂ ਨੂੰ ਹਰ ਪਿੰਡ ਤੱਕ ਲਿਜਾਣ ਦਾ ਪ੍ਰੋਗਰਾਮ ਵੀ ਪਾਰਟੀ ਨੇ ਉਲੀਕ ਲਿਆ ਹੈ। ਅਗਲੇ ਮਹੀਨੇ 4 ਫਰਵਰੀ ਤੋਂ ਲੈ ਕੇ 11 ਫਰਵਰੀ ਤੱਕ ਬੀਜੇਪੀ ਦੇ ਪ੍ਰਵਾਸੀ ਕਾਰਕੁਨ ਦੇਸ਼ ਦੇ ਵੱਖ-ਵੱਖ 7 ਲੱਖ ਪਿੰਡਾਂ ਦੇ ਵਿੱਚ ਪ੍ਰਵਾਸ ਕਰਨਗੇ ਅਤੇ ਬੂਥ ਪੱਧਰ ਤੇ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਨਾਲ ਜਾਣੂ ਕਰਾਉਣਗੇ। ਪ੍ਰਧਾਨ ਮੰਤਰੀ ਮੋਦੀ ਵੀ ਇਸ ਅਭਿਆਨ ਦੇ ਵਿੱਚ ਕਿਸੇ ਪਿੰਡ ਦਾ ਦੌਰਾ ਕਰ ਸਕਦੇ ਨੇ। ਸਾਲ 2024 ਦੇ ਵਿੱਚ ਬੀਜੇਪੀ ਦੇ ਚੋਣ ਮੁਹਿੰਮ ਦੇ ਕਈ ਹਿੱਸੇ ਹੋਣਗੇ। ਕੈਂਪੇਨ ਦਾ ਥੀਮ Song ਰਿਲੀਜ਼ ਹੋ ਚੁੱਕਿਆ ਹੈ। ਆਉਣ ਵਾਲੇ ਦਿਨਾਂ ਵਿੱਚ ਪਾਰਟੀ ਨੇ ਡਿਜੀਟਲ ਹੋਰਡਿੰਗਸ, ਡਿਸਪਲੇ ਬੈਨਰ ਅਤੇ ਡਿਜੀਟਲ ਫਿਲਮਾਂ ਵੀ ਰਿਲੀਜ਼ ਕਰਨ ਦੀ ਸਕੀਮ ਬਣਾਈ ਹੈ। ਕੈਂਪੇਨ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਜਾਣਾ ਹੈ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਵਾਅਦਾ ਕੀਤਾ ਉਸ ਨੂੰ ਪੂਰਾ ਕੀਤਾ। ਇਸ ਵਿਚਕਾਰ ਪ੍ਰਧਾਨ ਮੰਤਰੀ ਨੇ ਨੈਸ਼ਨਲ ਵੋਟਰਸ ਡੇ ਦੇ ਮੌਕੇ ਤੇ ਫਸਟ ਟਾਈਮ ਵੋਟਰਸ ਨੂੰ ਵਰਚੁਅਲੀ ਸੰਬੋਧਿਤ ਕੀਤਾ। ਪੀਐਮ ਨੇ ਨੌਜਵਾਨਾਂ ਨੂੰ ਕਿਹਾ, ਤੁਹਾਨੂੰ ਅਗਲੇ 25 ਸਾਲਾਂ ਦੇ ਵਿੱਚ ਆਪਣਾ ਅਤੇ ਦੇਸ਼ ਦਾ ਭਵਿੱਖ ਤੈਅ ਕਰਨਾ ਹੈ। ਸਥਾਨਕ, ਜ਼ਿਲ੍ਹਾ, ਸੂਬਾ ਅਤੇ ਕੇਂਦਰ ਪੱਧਰ ਤੇ ਹੋਣ ਵਾਲੀ ਚੋਣ ਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਕਾਫੀ ਅਹਿਮ ਹੋਵੇਗੀ। हमारी गति, हमारी दिशा, हमारी अप्रोच कैसी होगी, ये सब आप तय करेंगे और इसका एक बड़ा माध्यम मतदान ही होगा। भविष्य के भारत में आपके लिए संभावनाएं कैसी होगी, इसकी जिम्मेदारी उन लोगों पर होगी जो इस कालखंड में देश की व्यवस्था संभालेंगे। ऐसे में उन लोगों का सही चुनाव हो, ये जिम्मेदारी आप नौजवान मतदाताओं पर। ਕੁੱਲ ਮਿਲਾ ਕੇ ਇੱਕ ਪਾਸੇ INDI ਅਲਾਇੰਸ ਦੇ ਸਾਰੇ ਹਿੱਸੇਦਾਰ ਜਿੱਥੇ ਸੀਟ ਸ਼ੇਅਰਿੰਗ ਨੂੰ ਲੈ ਕੇ ਆਪਣੀ ਵੱਖੋ-ਵੱਖ ਰਾਏ ਦੇ ਹਿਸਾਬ ਨਾਲ ਕੰਮ ਕਰ ਰਹੇ ਨੇ, ਤਾਂ ਉੱਥੇ ਹੀ ਧਰਮ ਅਤੇ ਰਾਸ਼ਟਰ ਧਰਮ ਦੇ ਆਪਣੀ ਸਿਆਸਤ ਦੇ ਦੋ ਵੱਡੇ ਆਧਾਰ ਨੂੰ ਸਾਹਮਣੇ ਰੱਖ ਕੇ ਬੀਜੇਪੀ ਅਤੇ NDA ਵਿਰੋਧੀਆਂ ਦੇ ਕਮਜ਼ੋਰ ਨਜ਼ਰ ਆ ਰਹੇ ਕਿਲੇ ਨੂੰ ਸੌਖੇ ਤਰੀਕੇ ਡੇਗਦੇ ਹੋਏ ਨਜ਼ਰ ਆ ਰਹੇ ਨੇ।